ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਮੈਂ ਇੱਕ ਆਡੀਓ ਸੰਗਤ ਦੀ ਰੂਬਰੂ ਕਰ ਚੁੱਕਾ, ਜੋ ਦਸਮ ਗੁਰੂ ਤੇ ਖਾਲਸਾ ਪੰਥ ਗਿਆਨੀ ਦਿੱਤ ਸਿੰਘ ਜੀ, ਜਿਨ੍ਹਾਂ ਨੇ ਇੱਕ ਆਪਣੀ ਕਿਤਾਬ 1893 ਈਸਵੀ ਵਿੱਚ ਲਿਖੀ ਸੀ ਕਿ ਜੋ ਸਿਧਾਂਤ ਸਾਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜ ਕੇ ਜੋ ਖਾਲਸਾ ਪੰਥ ਨੂੰ, ਕੌਮ ਨੂੰ ਸਿਧਾਂਤ ਦਿੱਤੇ ਸਨ, ਉਹਨਾਂ ਉੱਪਰ ਖਾਲਸਾ ਕਿੰਨਾ ਕੁ ਖੜਾ, ਕਿੰਨਾ ਕੁ ਉਹਨਾਂ ਦੀ ਕੁਰਬਾਨੀ ਨੂੰ ਔਰ ਏਡੇ ਵੱਡੇ ਕੀਤੇ ਹੋਏ ਕਾਰਜ ਨੂੰ ਸੰਜੀਦਗੀ ਨਾਲ ਲੈ ਰਿਹਾ। ਗੱਲਾਂ ਅਸੀਂ ਬਹੁਤ ਕਰਦੇ ਹਾਂ, ਪਰ ਜੋ ਸਿਧਾਂਤ ਗੁਰੂ ਸਾਹਿਬ ਨੇ ਦਿੱਤੇ ਆ, ਉਹਨਾਂ ਉੱਤੇ ਆਪਾਂ ਕਿੰਨਾ ਕੁ ਪਹਿਰਾ ਦੇ ਰਹੇ ਹਾਂ, ਇਹਦੇ ਬਾਰੇ ਉਹਨਾਂ ਨੇ ਇੱਕ ਬੁੱਕ ਲਿਖੀ, ਇਹਦਾ ਨਾਮ ਸੀ ਨਕਲੀ ਸਿੱਖ ਪ੍ਰਬੋਧ। ਇਹਨਾਂ ਦੇ ਵਿੱਚ ਸਵਾਲ ਜਵਾਬ, ਇੱਕ ਨਕਲੀ ਸਿੱਖ ਅਤੇ ਅਸਲੀ ਸਿੱਖ ਬਣਾ ਕੇ ਉਹਨਾਂ ਨੇ ਕਿਤਾਬ ਲਿਖੀ ਆ, ਔਰ ਬੜੇ ਗੁੱਝੇ ਅਤੇ ਗਹਿਰੇ ਸਵਾਲ ਉਹਨਾਂ ਨੇ ਸਿੱਖ ਕੌਮ ਨੂੰ 'ਤੇ ਕੀਤੇ ਆ ਕਿ ਅਸੀਂ ਕਿੱਥੇ ਖੜ੍ਹੇ ਆ। ਅੱਜ ਉਹਦਾ ਦੂਜਾ ਭਾਗ ਸੰਗਤਾਂ ਦੇ ਰੂਬਰੂ ਕਰਨ ਜਾ ਰਿਹਾ। ਗੁਰੂ ਪਾਤਸ਼ਾਹ ਨੇ ਜੋ ਉਪਦੇਸ਼ ਦਿੱਤਾ ਸੀ, ਉਹ ਬੜਾ ਸੁਚੱਜਾ ਅਤੇ ਸੋਹਣਾ, ਅਤੇ ਕਿਸ ਤਰ੍ਹਾਂ ਜੀਵਨ ਬਤੀਤ ਕਰਨਾ, ਉਹਦੇ ਬਾਰੇ ਉਹਨਾਂ ਨੇ ਸਿਧਾਂਤ ਦਿੱਤੇ ਸਨ ਸਿੱਖ ਕੌਮ ਨੂੰ, ਜੋ ਆਪਣੀ ਬਾਣੀ ਵਿੱਚ ਵੀ ਉਹਨਾਂ ਨੇ ਦਰਜ ਕੀਤੇ ਆ। ਸੋ ਗਿਆਨੀ ਦਿੱਤ ਸਿੰਘ ਜੀ ਆਪਣੀ ਕਿਤਾਬ ਦੇ ਵਿੱਚ ਜੋ ਲਿਖ ਰਹੇ ਆ, ਜੋ ਦਸਮ ਗ੍ਰੰਥ ਦੇ ਵਿੱਚ ਪੰਨਾ ਨੰਬਰ 17 'ਤੇ ਗੁਰੂ ਸਾਹਿਬ ਦੀ ਬਾਣੀ ਦਰਜ ਆ, ਉਹਦਾ ਕਾਵਿ ਆ, ਉਹ ਪੜ੍ਹਨ ਜਾ ਰਿਹਾ। ਖੂਕ ਮਲਹਾਰੀ ਗਜ ਗਦਾ ਵਿਭੂਤ ਥਾਰੀ, ਗਿਦੁਆ ਮਸਾਨ ਬਾਸ ਕਰਿਓਈ ਕਰਤ ਹੈ, ਘੁੱਗੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ, ਤਰਵਰ ਸਦੀਵ ਮੋਨ ਸਾਦਈ ਮਰਤ ਹੈ। ਖੂਕ ਮਲਹਾਰੀ ਗਜ ਗਦਾ ਵਿਭੂਤ ਥਾਰੀ, ਗਿਦੁਆ ਮਸਾਨ ਬਾਸ ਕਰਿਓਈ ਕਰਤ ਹੈ, ਘੁੱਗੂ ਮਟ ਬਾਸੀ ਲਗੇ ਡੋਲਤ ਉਦਾਸੀ ਮ੍ਰਿਗ, ਤਰਵਰ ਸਦੀਵ ਮੋਨ ਸਾਦਈ ਮਰਤ ਹੈ। ਬਿੰਦ ਕੇ ਸदैया ਤਾਹੈ ਹੀਜ ਕੀ ਬੜਈਆ ਦੇਤ, ਮੰਦਰਾ ਸਦੀਵ ਪਾਏ ਨਾਗੇ ਹੀ ਫੇਰਤ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ, ਏਕ ਗਿਆਨ ਕੇ ਬਹੀਨ ਛੀਨ ਕੈਸੇ ਤਰਤ ਹੈ। ਸ੍ਰੀ ਦਸਮ ਗ੍ਰੰਥ ਪੰਨਾ 17 'ਤੇ ਇਹਦਾ ਅਰਥ ਅੱਗੇ ਉਹ ਜੋ ਸਮਝਾ ਰਹੇ ਆ ਕਿ ਅਜਿਹੇ ਉਪਦੇਸ਼ਾਂ 'ਤੇ ਇਹ ਸਮਝਾਇਆ ਗਿਆ ਕਿ ਮਲ ਆਦਿ ਖਾਣ 'ਤੇ, ਵਿਭੂਤ ਧਾਰਨ 'ਤੇ, ਮਸਾਣਾ ਵਿੱਚ ਰਹਿਣ 'ਤੇ, ਮੌਨ ਧਾਰਨ 'ਤੇ, ਜਤੀ ਕਹਾਉਣ ਆਦਿਕ ਕਰਮਾਂ 'ਤੇ ਮੁਕਤੀ ਨਹੀਂ ਹੁੰਦੀ। ਮੁਕਤੀ ਕੇਵਲ ਗਿਆਨ 'ਤੇ ਹੁੰਦੀ ਹੈ। ਤਾਂ ਤੇ ਸਿੱਖ ਅਜਿਹੇ ਪਖੰਡਾਂ ਤੋਂ ਬਚੇ ਰਹਿਣ। ਇਸ ਕਬਤ ਵਿੱਚ ਗੁਰੂ ਜੀ ਨੇ ਖਾਲਸੇ ਨੂੰ ਇਹ ਉਪਦੇਸ਼ ਕੀਤਾ ਹੈ। ਇਸ ਕਬਤ ਵਿੱਚ ਗੁਰੂ ਜੀ ਨੇ ਖਾਲਸੇ ਨੂੰ ਇਹ ਉਪਦੇਸ਼ ਕੀਤਾ ਹੈ ਕਿ ਜੋ ਲੋਕ ਮਲ ਮੂਤਰ ਦਾ ਆਹਾਰ ਕਰਕੇ ਆਪਣੇ ਆਪ ਨੂੰ ਸਿੱਧ ਮੰਨਦੇ ਹਨ,
ਸੋ ਸੂਰ ਤੋਂ ਵੱਧ ਕੇ ਪਦਵੀ ਨਹੀਂ ਰੱਖਦੇ। ਜੋ ਪਿੰਡੇ ਨੂੰ ਖਾਕ ਮਲ ਕੇ ਤੇ ਸਿਰ ਪਰ ਵਿਭੂਤ ਪਾ ਕੇ ਆਪਣੇ ਆਪ ਨੂੰ ਮਹਾਤਮਾ ਜਿਤਾਉਂਦੇ ਹਨ, ਸੋ ਹਾਥੀ ਅਤੇ ਗਧੇ ਦੇ ਸਮਾਨ ਸਮਝਣੇ ਚਾਹੀਏ। ਜੋ ਲੋਕ ਮਸਾਣਾਂ ਮੜੀਆਂ ਵਿੱਚ ਵਾਸ ਕਰਕੇ ਆਪਣੇ ਤਾਈਂ ਸੰਤ ਅਤੀਤ ਜਤਾਉਂਦੇ ਹਨ, ਸੋ ਗਿੱਦੜਾਂ ਜਿਹੇ ਪੁਰਖ ਜਾਣਨੇ ਯੋਗ ਹਨ। ਇਸੀ ਪ੍ਰਕਾਰ ਜੋ ਮੱਟਾਂ ਵਿੱਚ ਵਸ ਕੇ ਜਾਂ ਜੰਗਲਾਂ ਵਿੱਚ ਭਰਮ ਕੇ ਅਤੇ ਮੌਨ ਧਾਰ ਕੇ ਮਹਾਤਮਾ ਬਣਨਾ ਚਾਹੁੰਦੇ ਹਨ, ਸੋ ਘੁੱਗੂ, ਮ੍ਰਿਗ ਅਤੇ ਬ੍ਰਿਛਾਂ ਜਾਂ ਮੁਰਦਿਆਂ ਜਿਹੇ ਸਮਝਣੇ। ਫਿਰ ਜੋ ਲੋਕ ਵਿਆਹ ਨਹੀਂ ਕਰਾਉਂਦੇ, ਉਹਨਾਂ ਬਾਰੇ ਗੁਰੂ ਪਾਤਸ਼ਾਹ ਜੀ ਕਹਿ ਰਹੇ ਆ ਕਿ ਉਹ ਅਖਵਾਉਂਦੇ ਹਨ ਕਿ ਅਸੀਂ ਬਿੰਦ ਨੂੰ ਸਾਧਿਆ ਹੈ। ਸੋ ਉਹਦਾ ਮਤਲਬ ਕਿ ਉਹ ਹੀਜੜੇ ਜਿਹੀ ਵਡਿਆਈ ਦੇ ਭਾਗੀ ਹਨ। ਜੋ ਨੰਗੇ ਪੈਰੀਂ ਫਿਰ ਕੇ ਆਪਣੇ ਆਪ ਨੂੰ ਨਿਰਵਾਨ ਸੱਦਦੇ ਹਨ, ਸੋ ਬਾਂਦਰਾਂ ਦੇ ਭਾਈਚਾਰੇ ਵਿੱਚੋਂ ਸਮਝਣੇ ਚਾਹੀਏ। ਅਜਿਹੇ ਪਖੰਡੀ ਲੋਕ ਭਾਵੇਂ ਬਾਹਰ ਤੇ ਤਾਂ ਅਤੀਤ ਦਿਖਾਈ ਦਿੰਦੇ ਹਨ, ਪਰ ਅੰਦਰੋਂ ਇਸਤਰੀਆਂ ਆਦਿਕ ਦੇ ਅਧੀਨ ਅਤੇ ਕਾਮ ਕ੍ਰੋਧ ਵਿੱਚ ਪ੍ਰਬੀਨ ਹੁੰਦੇ ਹਨ। ਉਹਨਾਂ ਦਾ ਜੀਵਨ ਸਿੰਬਲ ਦੇ ਰੁੱਖ ਦੀ ਨਿਆਈ ਨਿਸਫਲ ਹੁੰਦਾ ਹੈ। ਕਿਸੇ ਕੰਮ ਨਹੀਂ ਆਉਂਦਾ ਜਿੱਦਾਂ ਸਿੰਬਲ ਦਾ ਰੁੱਖ ਹੈ। ਪਰੰਤੂ ਅਜਿਹੇ ਫੋਕਟ ਕਰਮਾਂ ਕਰਕੇ ਮੁਕਤੀ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਮੁਕਤੀ ਦਾ ਸਾਧਨ ਕੇਵਲ ਗਿਆਨ ਹੈ। ਗਿਆਨ ਤੋਂ ਬਿਨਾਂ ਹੋਰ ਮੁਕਤੀ ਦਾ ਕੋਈ ਉਪਾਏ ਨਹੀਂ ਹੈ। ਕਬਿਤ ਭੂਤ ਬਨਚਾਰੀ ਛਿਤ, ਸ਼ੌਨਾ ਸਭੇ ਦੁਧਾ ਧਾਰੀ, ਪੌਨ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ। ਤ੍ਰਿਣ ਕੇ ਵਸਈਆ ਧਨ ਲੋਭ ਕੇ ਤਜਈਆ, ਤੇ ਤੋ ਗਊਨ ਕੇ ਜਈਆ ਬ੍ਰਿਖ ਭਈਆ ਮਾਨੀਅਤ ਹੈ। ਨਭ ਕੇ ਉਡਈਆ ਤਾਏ ਪੰਛੀ ਕੀ ਵਡਈਆ, ਦੇਤ ਬਗਲਾ ਬਿੜਾਲ ਬ੍ਰਿਖ ਧਿਆਨੀ ਠਾਨੀਅਤ ਹੈ। ਜੇ ਤੋ ਬੜੇ ਗਿਆਨੀ ਤੈਨੋ ਜਾਨੀ ਪੈ ਵਖਾਨੀ ਨਾਹੇ, ਐਸੇ ਨਾ ਪਰਪੰਚ ਮਨ ਭੂਲ ਆਨੀਅਤ ਹੈ। ਸ੍ਰੀ ਦਸਮ ਗ੍ਰੰਥ ਪੰਨਾ 17। ਇਸ ਬਚਨ ਵਿੱਚ ਵੀ ਗੁਰੂ ਜੀ ਪਖੰਡ ਦਾ ਖੰਡਨ ਕੀਤਾ ਹੈ, ਕਿਉਂਕਿ ਇਸ ਦੇਸ਼ ਵਿੱਚ ਬਹੁਤ ਪੁਰਖ ਵਨ ਵਿੱਚ ਫਿਰਨੇ ਵਾਲੇ ਅਤੇ ਦੁੱਧਾਧਾਰੀ ਪੁਰਖਾਂ ਨੂੰ ਹੀ ਮਹਾਤਮਾ ਜਾਣਦੇ ਹਨ। ਕੋਈ ਪੌਣਹਾਰੀ ਪੌਣ ਨੂੰ ਹੀ ਸਿੱਧੀ ਸਮਝਦੇ ਹਨ। ਗੁਰੂ ਜੀ ਨੇ ਕਥਨ ਕੀਤਾ ਹੈ ਕਿ ਭੂਤ ਵਨਾਂ ਵਿੱਚ ਹੀ ਵਿਚਰਦੇ ਹਨ ਅਤੇ ਬਾਲਕ ਜੋ ਛੋਟੇ ਛੋਟੇ ਹਨ, ਜੋ ਦੁੱਧ ਭਰ ਹੀ ਆਪਣੇ ਪ੍ਰਾਣਾਂ ਦੀ ਰੱਖਿਆ ਕਰਦੇ ਹਨ। ਇਸੀ ਪ੍ਰਕਾਰ ਜੋ ਕਈ ਅਜਗਰ ਸੱਪ ਪੌਣ ਖਾ ਕੇ ਹੀ ਗੁਜ਼ਾਰਾ ਕਰਦੇ ਹਨ, ਸੋ ਅਜਿਹੇ ਪੁਰਖਾਂ ਨੂੰ ਇਹਨਾਂ ਜੀਵਾਂ ਦੇ ਤੁਲ ਸਮਝਣਾ ਚਾਹੀਦਾ ਹੈ। ਫਿਰ ਜੋ ਲੋਕ ਸਾਗ ਪੱਤੇ ਖਾ ਕੇ ਔਰ ਧਨ ਦਾ ਤਿਆਗ ਕਰਕੇ ਸਿੱਧ ਦਿਖਾਉਣਾ ਚਾਹੁੰਦੇ ਹਨ, ਸੋ ਬੈਲ ਜਾਣਨੇ ਯੋਗ ਹਨ। ਜੋ ਲੋਕ ਆਕਾਸ਼ ਵਿੱਚ ਉਡਾਰੀਆਂ ਲਾਉਣੀਆਂ ਔਰ ਯੋਗ ਧਿਆਨ ਲਗਾ ਕੇ ਸਮਾਧੀ ਵਿੱਚ ਮਗਨ ਰਹਿਣ ਕਰਕੇ ਮਹਾਤਮਤਾਈ ਮਿਲਦੀ ਜਾਣਦੇ ਹਨ, ਉਹ ਪੰਖੀਆਂ, ਬਿੱਲਿਆਂ ਅਤੇ ਬਗਲਿਆਂ ਦੀ ਨਿਆਈ ਹਨ। ਇਸ 'ਤੇ ਇਹ ਸਿੱਧ ਹੋਇਆ ਕਿ ਅਜਿਹੇ ਕਰਮਾਂ 'ਤੇ ਮੁਕਤੀ ਨਹੀਂ ਹੁੰਦੀ, ਕਿਉਂਕਿ ਜੋ ਗਿਆਨਵਾਨ ਪੁਰਖ ਹਨ, ਸੋ ਆਪਣੇ ਆਪ ਦਾ ਗਿਆਨ ਪਾ ਕੇ ਅਜਿਹੇ ਪਖੰਡਾਂ ਵਿੱਚ ਭੁੱਲ ਕੇ ਵੀ ਮਨ ਨਹੀਂ ਲਗਾਉਂਦੇ। ਅੱਗੇ ਗਿਆਨੀ ਜੀ ਦੁਬਾਰਾ ਉਹ ਦਸਮ ਦੀ ਬਾਣੀ ਆਪਣੀ ਕਿਤਾਬ ਵਿੱਚ ਦਰਜ ਕੀਤੀ। ਉਹਨਾਂ ਨੇ ਜੋ ਸਮਝਾਉਣਾ ਚਾਹੁੰਦੇ ਆ ਦਸਮ ਦੀ ਬਾਣੀ ਨੂੰ, ਦਸਾਂ ਗੁਰੂਆਂ ਦੇ ਉਪਦੇਸ਼ ਨੂੰ, ਇਸ ਲੋਕਾਈ ਨੂੰ ਦੱਸਣਾ ਚਾਹੁੰਦੇ ਆ। ਕਬਿਤ
भूम के बसैया ताहे पूछरी के जैया कह, नभ के अड़ैया सो चरैया का बखानी है। फल के पछैया ताहे बांदरी के जैया कह, आद सफरैया ते तो भूत कै पछानी है। जल के तरैया को गंगेरी सी कहत जग, आग के पछैया सो चकोर सम्मानी है। सूरज सवैया ताहे कौल की बड़ैया देत, चंद्रमा सवैया को कवि कै पहचानी है। श्री दसम ग्रंथ पन्ना 17। इस पवित्र बचन ਵਿੱਚ ਗੁਰੂ ਜੀ ਨੇ ਸਿੱਧੀਆਂ ਦਾ ਖੰਡਨ ਕਰਕੇ ਖਾਲਸਾ ਨੂੰ ਉਪਦੇਸ਼ ਕੀਤਾ ਹੈ ਕਿ ਇਹਨਾਂ ਵਿੱਚ ਨਾ ਲੁਭਾ ਜਾਣ। ਗੁਫਾ ਵਿੱਚ ਦੱਸਣੇ ਵਾਲੇ ਚੂਹੇ ਦਾ ਬੱਚਾ ਸਮਝਣਾ, ਆਕਾਸ਼ ਵਿੱਚ ਉੱਡਣ ਵਾਲਾ ਚਿੜੀ ਦਾ ਪੁੱਤਰ ਕਥਨ ਕਰਨਾ ਚਾਹੀਏ। ਜੋ ਫਲ ਫੁੱਲ ਖਾ ਕੇ ਨਿਰਵਾਹ ਕਰਦੇ ਹਨ, ਸੋ ਬਾਂਦਰੀ ਦੇ ਬੱਚੇ ਹਨ। ਸੋ ਕਿਸੇ ਦੀ ਨਜ਼ਰ ਵਿੱਚ ਨਹੀਂ ਆਉਂਦੇ, ਸੋ ਭੂਤਨਿਆਂ ਦੇ ਭਾਈ ਹਨ। ਜੋ ਅੱਗ ਨੂੰ ਮੂੰਹ ਵਿੱਚ ਪਾ ਲੈਂਦੇ ਹਨ, ਸੋ ਚਕੋਰ ਦੇ ਸਾਥੀ ਹਨ। ਇਸੀ ਪ੍ਰਕਾਰ ਸੂਰਜ ਦੇ ਉਪਾਸਕ ਕਵਲਾਂ ਅਤੇ ਚੰਦਰਮਾ ਦੇ ਪੂਜਣ ਵਾਲੇ ਕਵੀਆਂ ਦੇ ਗੋਤੀ ਕਹਿਲਾਉਂਦੇ ਹਨ। ਇਸ 'ਤੇ ਸਿੱਧ ਹੋਇਆ ਕਿ ਇਹਨਾਂ ਕਰਤੱਬਾਂ ਤੋਂ ਕੋਈ ਕਾਰਜ ਵੀ ਸਿੱਧ ਨਹੀਂ ਹੁੰਦਾ। ਇਸੀ ਤਰ੍ਹਾਂ ਨਾਲ ਗੁਰੂ ਜੀ ਨੇ ਝੁਕ ਝੁਕ ਕੇ ਸਜਦੇ ਅਤੇ ਅਸ਼ਟਾਂਗ ਪ੍ਰਣਾਮ ਕਰਨੇ ਵਾਲੇ ਔਰ ਉਰਦਮੁਖ ਕਰਕੇ ਪੈ ਰਹਿਣ ਵਾਲੇ ਪੁਰਖਾਂ ਦੇ ਪਖੰਡ ਦਾ ਇਸ ਪ੍ਰਕਾਰ ਖੰਡਨ ਕੀਤਾ ਹੈ। ਕਾਬਿਤ ਸਜਦੇ ਕਰੇ ਅਨੇਕ ਤੋਪਚੀ, ਕਪਟ ਭੇਸ ਪੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ। ਸਜਦੇ ਕਰੇ ਅਨੇਕ ਤੋਪਚੀ, कपट भेस पोस्ती अनेक दा निभावत है सीस को। कहाँ भयो मल जो पै काढ़त अनेक डंड, सो तो न डंडोत अष्टांग अथ तीस को। कहाँ भयो रोगी जो पै डार्यो रहो उर्दमुख, मन ते न मूंड निहार्यो आद ईस को। कामना अधीन सदा दामना परबीन, एक भावना विहीन कैसे पावै जगदीश को। कामना अधीन सदा दामना परबीन, एक भावना विहीन कैसे पावे जगदीश को। इस ते अगे मुसलमान लोग 5 वेद, नमाज पढ़नी, बांग देनी, खुदा दा हुक्म आखदे हन। और हिंदू लोग कांशी विच करवत्र लैण नूं ईश्वर दी आग्या आखदे हन। सो अजिहे कर्मां दा भी गुरु जी ने खालसा प्रति खंडन कर दिता ते आख्या कि एवें किते जाना ना खोंदे रहना। कथा जथा काबित पंच बार गीदर पुकारे परे, शीतकाल कुंचरो गदैया नेक दा पुकार ही। कहाँ भयो जो पै कलवतर लियो कांची बीच, चीर चीर चोटा कुठारन सो मार ही। कहाँ बहो फांसी बार डार, बूढ़ियो जड़ गंग धार, डार डार फांस टग मार मार डार ही। डूबे नरक धार मूढ़ ज्ञान के बिना, विचार भावना बहीन कैसे ज्ञान के विचार ही। श्री दसम ग्रंथ पन्ना 19। इसी प्रकार ਦੇ ਜੋ ਲੋਕ ਸਿਰ ਮਾਰ ਮਾਰ ਕੇ ਆਖਦੇ ਹਨ ਕਿ ਸਾਨੂੰ ਪਰਮੇਸ਼ਰ ਪਾਸੇ ਦਾ ਹਾਲ ਚੜ੍ਹਿਆ ਹੋਇਆ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਜੋ ਸਿਰ ਘੁਮਾਉਂਦੇ ਆ ਉਹਨਾਂ ਬਾਰੇ ਗੁਰੂ ਪਾਤਸ਼ਾਹ ਜੀ ਜੋ ਖਾਲਸਾ ਪੰਥ ਨੂੰ ਕਹਿ ਰਹੇ ਆ। ਇਸੀ ਪ੍ਰਕਾਰ ਜੋ ਲੋਕ ਸਿਰ ਮਾਰ ਮਾਰ ਕੇ ਆਖਦੇ ਹਨ ਕਿ ਸਾਨੂੰ ਪਰਮੇਸ਼ਰ ਪਾਸੇ ਦਾ ਹਾਲ ਚੜ੍ਹਿਆ ਹੋਇਆ ਹੈ, ਜਾਂ ਅੱਕ ਆਦਿਕ ਕਿ ਬਿਰਖਾਂ ਦੇ ਪੱਤੇ ਖਾ ਕੇ ਸਿੱਧ ਸਤਾਉਂਦੇ ਹਨ, ਉਹਨਾਂ ਦੇ ਖਿਆਲ ਪ੍ਰਤੀ ਗੁਰੂ ਜੀ ਨੇ ਖੰਡਨ ਕਰਨ ਲਈ ਖਾਲਸਾ ਨੂੰ ਇਹ ਉਪਦੇਸ਼ ਕੀਤਾ। ਸੀਸ ਪਟਕਤ ਜਾ ਕੇ ਕਾਨ ਮੈਂ ਖਜੂਰਾ ਧਸੇ, ਮੂਡ ਛਟਕਤ ਮਿੱਤਰ ਪੁੱਤਰ ਹੂੰ ਕੈ ਸ਼ੋਕ ਸौ। आक के चरैया फल फूल को बछैया सदा, भान को परमैया और दूसरों का बौक सौ। कहाँ भयो भेड़ जो कसत शीस बिरशन सो, माटी को बछैया बोल पूछ लीजै जोक सौ। कामना अधीन
काम क्रोध में परवीन, एक भावना बहीन, कैसे भेटे परलोक सौ। श्री दसम ग्रंथ पन्ना 18। ਇਸ ਤੋਂ ਬਿਨਾਂ ਪੱਥਰ ਪੂਜਾ, ਮੂਰਤੀ ਪੂਜਾ, ਚਾਰੇ ਧਾਮਾਂ ਦਾ ਪਰਸਣਾ ਅਤੇ ਮੱਕੇ ਮਦੀਨੇ ਆਦਿਕ ਦੇ ਵਿੱਚ ਜਾ ਕੇ ਪਰਮੇਸ਼ਰ ਦੇ ਲੱਭਣੇ ਪਰ ਵੀ ਸਿੱਖਾਂ ਨੂੰ ਗੁਰੂ ਜੀ ਨੇ ਉਪਦੇਸ਼ ਕੀਤਾ। ਜਥਾ ਸਵਈਆ ਕਾਹੂ ਲੈ ਪਾਹਨ ਪੂਜਦਾ ਜੋ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ, ਕਉ ਬਤਾਨ ਕੋ ਪੂਜਤ ਹੈ, ਪਸ ਕਉ ਮਿਰਤਾਨ ਕੋ ਪੂਜਨ ਦਹਾਇਓ, ਕੂਰ ਕਿਰਿਆ ਔਰ ਜੋ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸ੍ਰੀ ਦਸਮ ਗ੍ਰੰਥ ਪੰਨਾ 15। ਇਸ ਤੋਂ ਬਿਨਾਂ ਸਿੱਖਾਂ ਨੂੰ ਰਾਮ, ਰਹੀਮ, ਪੁਰਾਨ, ਕੁਰਾਨ ਅਤੇ ਵੇਦ ਕਤੇਬ, ਸਿਮਰਤੀ ਆਦਿਕ ਦੇ ਜੰਜਾਲ ਤੇ ਛੁਡਾ ਕੇ ਕੇਵਲ ਇੱਕ ਅਕਾਲ ਪੁਰਖ ਦੇ ਆਰਾਧਨ ਦਾ ਇਸ ਪ੍ਰਕਾਰ ਉਪਦੇਸ਼ ਕੀਤਾ। ਪਾਏਂਗੇ ਜਬ ਤੇ ਤੁਮਰੇ ਤਬ ਤੇ, ਕਉ ਆਂਖ ਤਰੇ ਨਹੀਂ ਆਨਿਓ, ਰਾਮ, ਰਹੀਮ, ਪੁਰਾਨ, ਕੁਰਾਨ ਅਨੇਕ ਕਹਿ, ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੇ, ਬਹੁ ਭੇਦ ਕਹੇ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਸ੍ਰੀ ਦਸਮ ਗ੍ਰੰਥ ਪੰਨਾ 254। ਇਸ ਤੋਂ ਬਿਨਾਂ ਸਿੰਘਾਂ ਨੂੰ ਸੂਰਬੀਰਤਾ ਦੇ ਉਪਦੇਸ਼ ਅਜਿਹੇ ਕੀਤੇ ਜੋ ਅਦਭੁਤ ਅਤੇ ਅਨੂਪਮ ਹਨ। ਨਾਲ ਹੀ ਸਿੱਖਾਂ ਨੂੰ ਇਹ ਵੀ ਜਤਾਇਆ ਕਿ ਤੁਸੀਂ ਕੇਵਲ ਪਰਉਪਕਾਰ ਦੇ ਵਾਸਤੇ, ਅਰਥਾਤ ਦੁਸ਼ਟਾਂ ਦੇ ਦਮਨ ਕਰਕੇ ਅਤੇ ਸੰਤਾਂ ਦੇ ਉਧਾਰ ਲਈ ਪੈਦਾ ਕੀਤੇ ਗਏ ਹੋ। ਸੋ ਤੁਸੀਂ ਯੁੱਧ ਨੂੰ ਆਪਣਾ ਇਸ਼ਟ ਸਮਝ ਕੇ ਸਦਾ ਹੀ ਤਿਆਰ ਬਰ ਤਿਆਰ ਰਹਿਣਾ, ਕਿਉਂਕਿ ਸੰਸਾਰ ਪਰ ਉਹ ਪੁਰਖ ਪੈਦਾ ਹੋਏ ਉੱਤਮ ਗਿਣੇ ਜਾਂਦੇ ਹਨ ਜਿਨ੍ਹਾਂ ਵਿੱਚ ਸੂਰਬੀਰਤਾ ਹੁੰਦੀ ਹੈ। ਜੈਸਾ ਕਿ ਨਾਟਕ ਵਿੱਚ ਸੁਮਿਤਰਾ ਜੀ ਦਾ ਇਹ ਵਾਕ ਹੈ ਕਿ ਰਾਮ ਲਛਮਣ ਜੋ ਕੇ ਗੀਲੇ ਗੀਲੇ ਘਾਓ ਦੇਖ ਕਹਿਓ, ਸੁਤ ਜਨਨੀ ਜਨੈ ਨਾ ਔਰ ਜਗ ਮੈਂ। ਇਸੀ ਪ੍ਰਕਾਰ ਰਾਵਣ ਨੇ ਵੀ ਆਪਣੇ ਪੁੱਤਰ ਨੂੰ ਯੁੱਧ ਸਮੇਂ ਇਹੋ ਉਪਦੇਸ਼ ਕੀਤਾ ਸੀ। ਸਵਈਆ ਪ੍ਰੇਮ ਸੋ ਨੈਣ ਬਹਿ ਗੁਣ ਗਾਵਤ, ਨਾਚਤ ਸਵੈਦ ਚਲੇ ਸਭ ਅੰਗਾ, ਮੈਂ ਕਹਿ ਰਣ ਮੈਂ ਗੈ ਖੱਗ ਭਲੀ, ਬਿਦ ਲੋਹੂ ਸੋ ਖਾਊ ਭੈ ਅਰਦੰਗਾ, ਇਹ ਦੋ ਪੂਤ ਜਨੇ ਜਨਨੀ ਜਗ, ਔਰ ਸਭੇ ਸਭ ਸੁਤ ਕੀਟ ਪਤੰਗਾ, जग को जीवन जग को ठाकर, सो नर होत है गंग को गंगा। प्रेम सो नैन बह गुण गावत, नाचत सैद चले सब अंगा, कह रण में गए खग भली, बिद लोहू सो घाओ भय अरदंगा, ए दो पूत जने जननी जग, और सबे सुत कीट पतंगा, जग को जीवन जग को ठाकर, सो नर होत है गंग को गंगा। इस पर राजा भरथरी ने भी लिखा है कि खड़गों के अगर कर करी, कुंभ पीठन को पीठ, जस कीट किनो सरलोक में। इसी तरह एक महात्मा का बचन है, जननी जनै तो भगत जन, कह दाता कह सूर, नहीं तो जननी मांच रहो, कहे कवावै नूर। गुरु जी ने इस पंथ ਨੂੰ ਬਲਵਾਨ ਛਤਰੀ ਪੈਦਾ ਕੀਤਾ ਸੀ, ਜਿਸ 'ਤੇ ਅਜਿਹੇ ਸੂਰਬੀਰਤਾ ਦੇ ਉਪਦੇਸ਼ ਕੀਤੇ ਜਿਨ੍ਹਾਂ 'ਤੇ ਯੁੱਧ ਵਿੱਚ ਆਪਣੇ ਛਤਰੀ ਧਰਮ ਦਾ ਪਾਲਣ ਕਰਕੇ ਸੰਸਾਰ ਪਰ ਜਸ਼ ਲੈਣ। ਸਵਈਆ ਧਨ ਜੀਓ ਤਉ ਕਉ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਧਨ ਜੀਓ ਤੈ ਕੋ ਜਗ ਮੈਂ, ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ। ਦੇਹ ਨਿਤ ਨ ਨਿਤ ਰਹਿ, ਜਸ ਨਾਵ ਚੜ੍ਹੇ ਪਵ ਸਾਗਰ ਤਾਰੈ। ਧੀਰ ਧਾਮ ਬਨਾਏ ਇਹ ਤਨ, ਬੁੱਧ ਸੋ ਦੀਪਕ ਜਿਉ ਉਜਿਆਰੇ। ਗਿਆਨ ਨਹਿ ਕੀ ਬਡਨੀ ਮਨੋ ਹਾਥ ਲੈ, ਕਾਤਰ ਤਾ ਕੁਤਵਾਰ ਬੁਹਾਰੈ।
श्री दसम ग्रंथ पन्ना 570। हे रब हे सस हे करुणा निध, मेरी अभय बिनती सुन लीजै। और न मांगत हों तुम ते, कछ चाहत हों चित मैं सोई कीजै। सतरन सिंहत ही रन भीतर, जूझ मरो कै साज भतीजै। संत सहाय सदा जग माए, किरपा कर श्याम यह बर दीजै। संत सहाय सदा जग माहे, किरपा कर श्याम यह बर दीजै। श्री दसम ग्रंथ पन्ना 495। ਇਹਨਾਂ ਉਪਦੇਸ਼ਾਂ 'ਤੇ ਇਹ ਸਾਬਤ ਕਰ ਦਿੱਤਾ ਹੈ ਕਿ ਸੂਰਜ ਅਤੇ ਚੰਦਰਮਾ ਦੇ ਪ੍ਰਕਾਸ਼ ਵਿੱਚ ਸੂਰਬੀਰ ਹੋਰ ਕੋਈ ਕੰਮ ਨਾ ਕਰਨ, ਕਿੰਤੂ ਦੁਰਜਨਾਂ ਦੇ ਵਿਡਾਰ ਅਤੇ ਅਨਾਥਾਂ ਦੇ ਉਧਾਰ ਲਈ ਯੁੱਧ ਦਾ ਸਮਾਨ ਪੈਦਾ ਕਰਨ ਲਈ ਪਰਮਾਤਮਾ 'ਤੇ ਵਰ ਮੰਗਣ। ਇਸ 'ਤੇ ਅਕਾਲ ਪੁਰਖ ਦੀ ਪੂਜਾ ਸਦਾ ਸੁੱਖ ਨਾਲ ਸੰਸਾਰ ਉੱਤੇ ਵਸੇ। ਫਿਰ ਸਿੱਖਾਂ ਨੂੰ ਉਪਦੇਸ਼ ਕੀਤਾ ਕਿ ਇਹ ਸੰਸਾਰ ਨਦੀ ਦੇ ਵਹਿਣ ਵਾਂਗ ਚੱਲਣੇ ਵਾਲਾ ਹੈ, ਇਸ ਵਿੱਚ ਕੋਈ ਥਿਰ ਨਹੀਂ ਰਿਹਾ। ਤਾਂ ਤੇ ਤੁਸੀਂ ਸਦਾ ਹੀ ਹੰਕਾਰ, ਅਭਿਮਾਨ ਆਦਿਕ 'ਤੇ ਬਚੇ ਰਹਿਣਾ ਅਤੇ ਸਦਾ ਹੀ ਵਿਰਾਗਿਆ ਨੂੰ ਧਾਰਨ ਕਰਨਾ। ਜੈਸਾ ਇਹ ਉਪਦੇਸ਼ ਹੈ, ਜਥਾ ਜਿਨੈ ਦੀਪ ਦੀਪੰ ਤੁਹਾਈ ਫਿਰਾਈ, ਭੁਜਾ ਦੰਡ ਦੈ ਛੋਨ ਸ਼ਤਰਨ ਫਿਛਨਾਈ। ਕਰੈ ਜੰਗ ਕੋਟਨ ਜਸਨ ਅਨੇਕ ਲੀਤੇ, ਕਈ ਵੀਰ ਬੰਕੇ ਕਈ ਕਾਲ ਜੀਤੇ। ਕਈ ਕੋਟ ਲੀਨੇ ਜਿਨੇ ਦੁਰਗ ਢਾਹੈ, ਕਿਤੇ ਸੂਰਬੀਰਾਨ ਕੈ ਬੈਨ ਗਾਹੈ। ਕਈ ਜੰਗ ਕੀਨੇ ਸੁਸਾਕੇ ਪਵਾਰੇ, ਬਹੇ ਦੀਨ ਦੇਖੇ ਗਿਰੇ ਕਾਲ ਮਾਰੇ। ਸਵਈਆ ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ। ਕੋਟ ਤਰੰਗ ਕੁਰੰਗ ਸੇ ਕੂਦਤ, ਪੌਨ ਕੇ ਗੌਨ ਕੋ ਜਾਤ ਨਿਵਾਰੇ। ਭਾਰੀ ਬੁਝਾਨ ਕੇ ਭੂਪ ਭਲੀ ਬਿਧ ਨਿਆਵਤ, ਸੀਸ ਨ ਜਾਤ ਵਿਚਾਰੇ। ਏਤੇ ਭੈ ਤੂੰ ਕਹਾਂ ਭੈ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਦਾਰੇ। श्री दसम ग्रंथ पन्ना 13। ਵੀਰ ਅਪਾਰ ਬੜੇ ਬਰਿਆਰਬ, ਚਾਰੈ ਸਾਰ ਕੀ ਧਾਰ ਪਛਈਆ। ਤੋਰਤ ਦੇਸ ਮਲਿੰਦ ਮਵਾਸਨ, ਤੋਰਤ ਦੇਸ ਮਲਿੰਦ ਮਵਾਸਨ। ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜਨ ਹਾਰ। ਸੁਬਾਤਨ ਹੀ ਚੱਕਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਅਨੇਕ ਸੋ ਏਕ ਦਵਈਆ। श्री दसम ग्रंथ पन्ना 15। ਇਹ ਸਾਰੇ ਉਪਦੇਸ਼ ਕਰਕੇ ਪਿੱਛੋਂ ਇਹ ਆਖਿਆ ਕਿ ਸਭ ਤੇ ਵੱਧ ਕੇ ਤੁਹਾਨੂੰ ਆਪਸ ਦਾ ਮਿਲਾਪ ਰੱਖਣਾ ਜ਼ਰੂਰੀ ਹੈ, ਕਿਉਂਕਿ ਜਿਨ੍ਹਾਂ ਦਾ ਆਪਸ ਵਿੱਚ ਇਤਫਾਕ ਹੁੰਦਾ ਹੈ, ਸੋ ਪੁਰਖ ਹਮੇਸ਼ਾ ਹੀ ਫਤਿਹ ਪਾਉਂਦੇ ਹਨ ਅਤੇ ਉਹਨਾਂ ਦੇ ਪਾਸ ਸਾਰੀਆਂ ਨਿੱਧਾਂ ਚਰਨਾਂ ਦੀਆਂ ਦਾਸੀਆਂ ਹੋ ਕੇ ਰਹਿੰਦੀਆਂ ਹਨ। ਤੁਸੀਂ ਦੇਖਦੇ ਹੋ ਕਿ ਰਾਮ ਚੰਦਰ ਨੇ ਰਾਵਣ ਨੂੰ ਇਸੇ ਵਾਸਤੇ ਫਤਿਹ ਕਰ ਲਿੱਤਾ ਸੀ ਕਿ ਉਹਨਾਂ ਚੌਹਾਂ ਭਾਈਆਂ ਦਾ ਮਿਲਾਪ ਸੀ ਅਤੇ ਰਾਵਣ ਨੂੰ ਉਸਦੇ ਘਰ ਵਿੱਚ ਨਫਾਕ ਕੇ ਮਰਵਾ ਦਿੱਤਾ। ਇਸੇ ਪ੍ਰਕਾਰ ਤੁਸੀਂ ਮਹਾਭਾਰਤ ਨੂੰ ਪੜ੍ਹ ਕੇ ਦੇਖ ਲਵੋ ਕਿ ਪੰਜੇ ਪਾਂਡਵਾਂ ਨੇ ਕੈਰਵਾਂ ਪਰ ਇਸੇ ਵਾਸਤੇ ਫਤਿਹ ਪਾਈ ਸੀ ਕਿ ਉਹਨਾਂ ਪੰਜਾਂ ਦਾ ਆਪਸ ਵਿੱਚ ਇਤਫਾਕ ਸੀ, ਜਿਸ ਪਰ ਰਾਜਾ ਯੁਧਿਸ਼ਠਰ ਨੇ ਦੁਰਯੋਧਨ ਨੂੰ ਇਹੋ ਆਖਿਆ ਸੀ ਕਿ ਹੇ ਦੁਸ਼ਟ ਸੁਭਾਵ ਦੁਰਯੋਧਨ, ਤੂੰ ਇਹ ਖਿਆਲ ਨਾ ਕਰ ਜੋ ਅਸੀਂ ਪੰਜ ਭਾਈ ਹਾਂ, ਕਿੰਤੂ ਤੂੰ ਇਹ ਜਾਣ ਕਿ ਅਸੀਂ ਪੰਜੇ ਇੱਕ ਹਾਂ, ਜਿਸ 'ਤੇ ਤੇਰੇ ਪਰ ਫਤਿਹ ਪਾਵਾਂਗੇ। ਇਸ 'ਤੇ ਤੁਸੀਂ ਦੇਖ ਸਕਦੇ ਹੋ ਕਿ ਮਿਲਾਪ ਦਾ ਕਿਹੜਾ ਪ੍ਰਤਾਪ ਹੈ। ਫਿਰ ਤੁਸੀਂ ਇਹਨਾਂ ਦ੍ਰਿਸ਼ਟਾਂਤਾਂ ਨੂੰ ਯਾਦ ਰੱਖਣਾ ਜੋ ਤੁਹਾਨੂੰ ਦਿੱਤੇ ਜਾਂਦੇ ਹਨ। ਜੈਸਾ ਗੰਧਕ, ਸ਼ੋਰੇ ਅਤੇ ਕੋਇਲੇ ਵਿੱਚ ਇਕੱਲੇ ਇਕੱਲੇ ਵਰਤਿਆਂ ਕੋਈ ਸਮਰੱਥਾ ਨਹੀਂ ਹੁੰਦੀ, ਪਰੰਤੂ ਜਦ ਇਹਨਾਂ ਨੂੰ ਮਿਲਾ ਕੇ ਬਰੂਦ ਬਣਾਇਆ ਜਾਂਦਾ ਹੈ ਤਦ ਤੁਸੀਂ ਦੇਖ ਸਕਦੇ ਹੋ ਕਿ ਉਸ ਵਿੱਚ ਕਿਤਨੀ ਸਮਰੱਥਾ ਹੋ ਜਾਂਦੀ ਹੈ। ਇਸੇ ਪ੍ਰਕਾਰ ਘਾਸ ਦਾ ਇੱਕ ਇੱਕ ਤਿਨਕਾ ਕੁਛ ਸਮਰੱਥਾ ਨਹੀਂ ਰੱਖਦਾ, ਪਰੰਤੂ ਉਹਨਾਂ ਤਿਨਕਿਆਂ ਨੂੰ ਮਿਲਾ ਕੇ ਰੱਸਾ ਵੱਟਿਆ ਹੋਇਆ ਵੱਡੇ ਮੱਤੇ ਹੋਏ ਹਾਥੀ ਨੂੰ ਬੰਨ੍ਹ ਰੱਖਦਾ ਹੈ।
ਦੋਹਰਾ। ਦਸਮ ਗੁਰੂ ਨੇ ਪੰਥ ਨੂੰ ਇਹ ਸਮਝਾਇਆ ਜੋਏ, ਸੋ ਇਸ ਪਿਆਰੇ ਖਾਲਸੇ ਮੰਨੀ ਗੱਲ ਨਾ ਕੋਏ। ਇਹ ਆਪਣੀ ਕਲਮ ਤੋਂ ਲਿਖ ਰਹੇ ਹੋ ਕਵਿਤਾ ਦੇ ਰੂਪ ਵਿੱਚ। ਅੱਗੇ ਜਿਹੜੀ ਉਹ ਕਹਾਣੀ ਲਿਖ ਰਹੇ ਆ, ਜਿਹੜੀ ਕਵਿਤਾ ਦੇ ਰੂਪ ਵਿੱਚ, ਉਹ ਗੁਰਬਿਲਾਸ ਵਿੱਚ ਇੱਕ ਕਹਾਣੀ ਆ ਜੋ ਗਿਆਨੀ ਦਿੱਤ ਸਿੰਘ ਜੀ ਲਿਖ ਰਹੇ ਆ। ਗੁਰਬਿਲਾਸ ਵਿੱਚ ਇੱਕ ਕਹਾਣੀ ਜੋ ਪੜ੍ਹਨ ਵਿੱਚ ਆਈ, ਸਿੱਖਾਂ ਨੇ ਗੁਰੂ ਜੀ ਦੇ ਅੱਗੇ ਇਹ ਅਰਦਾਸ ਕਰਾਈ, ਕਹੋ ਗੁਰੂ ਜੀ ਸਾਨੂੰ ਜੱਗ ਵਿੱਚ ਕੀ ਕੁਝ ਕਰਨਾ ਚਾਹੀਏ, ਕਰ ਕਿਰਪਾ ਸਮਝਾਵੋ ਸਾਨੂੰ, ਜਾਂ ਘਰ ਸੁੱਖ ਸਹੁ ਰਹੀਏ। ਕਰ ਕਿਰਪਾ ਸਮਝਾਵੋ ਸਾਨੂੰ, ਜਾਂ ਘਰ ਸੁੱਖ ਸਹੁ ਰਹੀਏ। ਸੁਣ ਕੇ ਉੱਤਰ ਕੋਇ ਨਾ ਦਿੱਤਾ, ਰਹਿ ਮੌਨ ਗੁਰ ਰਾਈ। ਕੁਛ ਕੁ ਕਾਲ ਜਦ ਬੀਤ ਗਿਆ, ਫਿਰ ਆਗਿਆ ਇਹ ਕਰਾਈ, ਦੇਗਾਂ ਚਾੜ ਪਲਾਓ ਪਕਾਓ, ਆਪਣੇ ਖਾਵਨ ਹੇਤਾ, ਮਿੱਠਾ ਕਿਰਤ ਮਿਲਾਓ, ਉਤਨਾ ਤੁਮਕੋ ਚਾਹੀਏ ਜੇਤਾ। ਸੁਣ ਕੇ ਸਿੰਘ ਬਚਨ ਗੁਰ ਧਾਏ, ਲੰਗਰ ਚਾਏ ਮਚਾਇਆ, ਦੇਗਾਂ ਚਾੜ ਪਲਾਓ ਤੁਰਤ ਹੀ ਕਰਕੇ ਤਿਆਰ ਧਰਾਇਆ। ਆਏ ਸਿਆਮ ਨੂੰ ਗੁਰ ਦੇ ਅੱਗੇ ਹਾਥ ਜੋੜ ਸਿਰ ਨਾਏ, ਕਿਰਪਾ ਨਿਧ ਕੀ ਆਗਿਆ ਪਾਕਰ ਤੁਸੀਂ ਪਲਾਓ ਪਕਾਏ। ਹੁਣ ਜੋ ਹੁਕਮ ਆਪ ਦੇ ਹੋਵੈ, ਸੋਈ ਕੀਤਾ ਜਾਵੈ, ਧਰਾ ਰਹੇ ਕੇ ਪੰਥ ਖਾਲਸਾ, ਸਭ ਵਰਤਾ ਕੇ ਖਾਵੈ। ਜਦ ਇਹ ਅਰਜ ਸੁਣੀ ਗੁਰ ਪੂਰੇ, ਮਨ ਦੇ ਮਾਏ ਵਿਚਾਰੀ, ਦੇ ਦ੍ਰਿਸ਼ਟਾਂਤ ਇਨ੍ਹਾਂ ਪਰ ਚਾਹੀਏ, ਕਹੀ ਹਕੀਕਤ ਸਾਰੀ। ਕਰੀ ਗੁਰੂ ਨੇ ਆਗਿਆ ਉनको, ਦੇਗਾਂ ਸਰਬ ਉਠਾਓ, ਉਸ ਜੰਗਲ ਦੇ ਵਿੱਚ ਜਾਏ ਕਿ ਧਰਤੀ ਪਰ ਉਲਟਾਓ। ਇਰਦ ਗਿਰਦ ਦੇ ਪਿੰਡਾਂ ਵਿੱਚੋਂ ਕੁੱਤੇ ਇਕੱਠੇ ਕਰਨੇ, ਇਸ ਪੁਲਾਓ ਦੇ ਭਰ ਭਰ ਪਿਆਲੇ ਸਭਨਾਂ ਅੱਗੇ ਧਰਨੇ। ਮਨ ਵਿੱਚ ਸਿੰਘ ਅਚੰਭਾ ਕਰਦੇ, ਬਚਨ ਮੋੜ ਨਹਿ ਸਕਣ, ਇੱਕ ਦੂਸਰੇ ਦੇ ਸਭ ਬੈਠੇ ਮੂੰਹਾਂ ਵੱਲੋਂ ਤੱਕਣ। ਕਹਿਣ ਗੁਰੂ ਜੀ ਇਹ ਕੀ ਆਗਿਆ ਸਾਨੂੰ ਚੁੱਕ ਸੁਣਾਈ, ਕੁੱਤਿਆਂ ਨੂੰ ਜਾਂ ਜੰਗਲ ਅੰਦਰ ਚਾਹਨ ਤੇ ਦੇਗ ਲੁਟਾਈ। ਦੇਖ ਗੁਰੂ ਜੀ ਆਗਿਆ ਕੀਤੀ, ਦੇਰ ਕਰ ਨਹਿ ਚੰਗੀ, ਚੁੱਕੋ ਦੇਗਾਂ ਮਿਲਕਰ ਸਾਰੇ, ਸੂਰੇ ਸਿੰਘ ਭੁਜੰਗੀ। ਸੁਣ ਕੇ ਚੁੱਪ ਚੁਪਾਤੇ ਸਾਰੇ, ਲੈ ਦੇਗਾਂ ਨੂੰ ਧਾਏ, ਵਿੱਚ ਉਜਾੜ ਬਿਨਾਂ ਹੀ ਸੋਚੇ, ਦੇਗੇ ਚਾਹ ਉਲਟਾਏ। ਨਗਰਾਂ ਦੇ ਵਿੱਚ ਜਾ ਕੇ ਸਭਨਾ ਕੁੱਤੇ ਸੱਦ ਲਿਆਂਦੇ, ਰੱਖ ਪਿਆਲੇ ਦਿੱਤੇ ਸਭ ਨੂੰ ਦੇਖ ਕੇ ਕੁਰ ਖਾਂਦੇ। ਪਰ ਉਹ ਆਪਸ ਅੰਦਰ ਸਾਰੇ ਲੱਗ ਪਏ ਕੁਰਲਾਉਣ, ਇੱਕ ਦੂਸਰੇ ਉੱਪਰ ਆਪਣਾ ਲੱਗੇ ਜ਼ੋਰ ਦਿਖਾਉਣ। ਝੱਬੀਆਂ ਲੈ ਵੱਢਣ ਪੈਂਦੇ ਸਕੇ ਭਰਾਵਾਂ ਤਾਈਂ, ਪਾਹੋ ਰੋਲਾ ਚੁੱਕ ਮਚਾਇਆ ਲੜਦੇ ਪਏ ਅਜਾਈਂ। ਖਾਣਾ ਪੀਣਾ ਰੱਖ ਕਿਨਾਰੇ, ਲੜਨਾ ਅੱਗੇ ਕੀਤਾ, ਆਪਣੇ ਹੀ ਘਰਦਿਆਂ ਤੇ ਚਾਹੁਣ ਲੜ ਕੇ ਬਦਲਾ ਲੀਤਾ। ਓੜਕ ਮੱਚੀ ਚਾਹੇ ਲੜਾਈ, ਆਪਣੇ ਅੰਦਰ ਇਹੀ, ਖਾਣ ਪੀਣ ਅਰ ਤਾਂਦੀ ਸੋਚੀ, ਮੁੜ ਕੇ ਫੇਰ ਨਾ ਰਹੀ। ਇਤਨੇ ਵਿੱਚ ਜੰਗਲ ਦੇ ਮਿਰਗਾਂ ਖਬਰ ਉਹਨਾਂ ਦੀ ਪਾਈ, ਕੁੱਤਿਆਂ ਨੂੰ ਇਹ ਚੌਲ ਪਚਨੇ ਔਖੈ ਦਿਸਣ ਭਾਈ। ਹੋਏ ਇਕੱਠੇ ਮਤਾ ਪਕਾਇਆ, ਇਨਕੋ ਮਾਰ ਭਜਾਵੋ, ਖਾਲੀ ਕਰੋ ਮੈਦਾਨ ਇਹਨਾਂ ਦਾ ਸਾਰਾ ਭੋਜਨ ਖਾਵੋ। ਘਰ ਇਤਫਾਕ ਪਏ ਸਭ ਐਸੇ, ਜੈਸੇ ਬਿਜਲੀ ਕੜਕੇ, ਸੁਣ ਕੇ ਗਰਜ ਉਹਨਾਂ ਦੀ ਭਾਰੀ, ਕਿਤਨਿਆਂ ਦੇ ਮਨ ਧੜਕੇ। ਨੱਸ ਗਏ ਸਭ ਜਾਨਾਂ ਲੈ ਕੇ, ਰਹਿੰਦੇ ਪਕੜ ਮੁਕਾਏ, ਭਰੇ ਪਿਆਲੇ ਤੁਰੰਤ ਤਿਨਾਂ ਦੇ ਹੱਥੋਂ ਚਾਹੇ ਛੁਡਾਏ। ਹੋਏ ਨਚਿੰਤ ਖਾਏ ਮਨ ਭਾਇਆ, ਸਭ ਆਨੰਦ ਕਰਾਇਆ, ਕੁੱਤਿਆਂ ਨੇ ਉਸ ਕੁੱਤ ਪੁਣੇ ਦਾ ਉਸੀ ਸਮਝ ਫਲ ਪਾਇਆ। ਉਸੀ ਸਮੇਂ ਫਲ ਪਾਇਆ। ਰਾਤਰ ਬਹਿ ਕੇ ਸਿੱਖਾਂ ਨੇ ਇਹ ਦੇਖੀ ਰਚਨਾ ਸਾਰੀ, ਉੱਠ ਸਵੇਰੇ ਗੁਰ ਦੇ ਅੱਗੇ ਸਭੋ ਚਾਹੇ ਪੁਕਾਰੀ। ਕਹੀ ਗੁਰੂ ਨੇ ਇਸ ਵਿੱਚ ਭਾਈ, ਕਹੋ ਤੁਸਾਂ ਕਿਆ ਜਾਤਾ, ਜਿਸ ਤੇ ਆਪਣੇ ਮਨ ਦੀ ਸਾਰੇ ਖੋਲ ਸੁਣਾਵੋ ਬਾਤਾ। ਸਿੱਖਾਂ ਕਹੀ ਪਾਤਸ਼ਾਹ ਸੱਚੇ, ਸਾਨੂੰ ਖਬਰ ਨਾ ਕੋਈ, ਕਿਆ ਜਾਣੇ ਤੇ ਲੀਲਾ ਆਪਣੀ, ਕਿਹੜਾ ਢੰਗ ਪਰੋਈ।
ਤਾਂ ਤੇ ਖੋਲ ਭੇਦ ਸਮਝਾਓ। ਜੋ ਹੈ ਇਸ ਦੇ ਅੰਦਰ, ਜਿਸ ਨੂੰ ਸੁਣ ਕਰ ਬਚੇ ਰਹਿਣ ਜਗ ਅੰਦਰ ਸਾਡੇ ਮੰਦਰ। ਹੱਸ ਕੇ ਕਈ ਗੁਰੂ ਨੇ ਸਿੱਖੋ, ਇਹ ਦ੍ਰਿਸ਼ਟਾਂਤ ਸਾਨੂੰ ਪ੍ਰਗਟ ਸਨਮੁਖ ਕਰ ਦਿਖਲਾਇਆ, ਪੁੱਛਿਆ ਜੋਏ ਅਸਾਨੂੰ। ਦੇਖੋ ਪੱਕੇ ਹੋਏ ਦੇਗੇ, ਕੁੱਤਿਆਂ ਚਾਹੇ ਗਵਾਏ, ਤਜ ਕਰ ਜਦੋਂ ਮਿਲਾਪ ਆਪਣਾ ਆਪਸ ਮਾਹੇ ਲੜਾਏ। ਤਾਂ ਤੇ ਤੁਸੀਂ ਯਾਦ ਇਹ ਰੱਖੋ, ਮੈਂ ਵੀ ਤੁਮਰੇ ਤਾਈਂ, ਇਸ ਦੇਸ਼ ਦੀ ਬਖਸ਼ੀ ਸਿੱਖੋ ਜਿਤਨੀ ਹੈ ਠਕੁਰਾਈ। ਸੋ ਜੇ ਤੁਸੀਂ ਆਪ ਵਿੱਚ ਮਿਲ ਕੇ ਇਸ ਦੇ ਸੁੱਖ ਨੂੰ ਪਾਵੋ, ਜਗ ਵਿੱਚ ਦੁਸ਼ਮਣ ਡਰਨ ਤੁਸਾਂ ਤੋਂ, ਆਪਣਾ ਤੇਜ ਵਧਾਵੋ। ਘਰ ਜੇ ਆਪਸ ਅੰਦਰ ਲੜ ਕੇ ਇੱਕ ਦੂਜੇ ਨੂੰ ਮਾਰੋ, ਆਪਣੇ ਹੀ ਭਾਈਆਂ ਨੂੰ ਖੜ ਕੇ ਜੰਗ ਵਿਖੇ ਲਲਕਾਰੋ। ਇਸ ਨਿਆਮਤ ਦਿੱਤੀ ਦਾ ਜੇ ਕਦਰ ਨਾ ਕਰ ਹੋ ਭਾਈ, ਰੱਖੋ ਯਾਦ ਹੋ ਸੀ ਸੋਗਤ ਜੋ ਕੁੱਤਿਆਂ ਨੇ ਪਾਈ। ਹੋਰ ਲੋਕ ਪਰਦੇਸੀ ਆ ਕੇ ਪਕੜ ਤੁਸਾਂ ਨੂੰ ਕੱਢਣ, ਕਿਤਨਿਆਂ ਦੇ ਸਿਰ ਵਾਂਗ ਬੱਕਰੇ ਤੇਗਾਂ ਸੋ ਵੱਢਣ। ਸਭੋ ਕੁਝ ਹੱਥੋਂ ਖੋ ਬੈਠੋ, ਹੋਏ ਨਿਮਾਣੇ ਹੌਲੇ, ਦੂਸਰਿਆਂ ਤੇ ਸਿਰ ਪਰ ਖਾਵੋ ਵਾਂਗ ਨਿਤਾਣਿਆਂ ਪੌਲੇ। ਜੇਕਰ ਤੁਸਾਂ ਪ੍ਰੀਤ ਵਧਾ ਕੇ ਇੱਕ ਦੂਜੇ ਦੇ ਸੰਗੇ, ਨਿਉ ਵਧਾਇਆ ਭਾਈਆਂ ਵਾਂਗਰ, ਮਨ ਧਰ ਕੇ ਗੁਣ ਚੰਗੇ। ਸਭੋ ਲੋਕ ਤੁਸਾਂ ਦੇ ਦਰਸ਼ਨ, ਕੋਈ ਨਾ ਨੇੜੇ ਆਵੇ, ਨਹੀਂ ਜਗਤ ਵਿੱਚ ਹੋਰ ਅਜਿਹਾ, ਜੋ ਤੁਧ ਆਣ ਡੁਲਾਵੇ। ਇਹ ਨਸੀਹਤ ਓੜ ਕਦੀ ਮੈਂ ਆਪ ਤੁਸਾਂ ਨੂੰ ਆਖੀ, ਵਿੱਚ ਹਿਰਦੇ ਦੇ ਧਰੋ ਇਸ ਨੂੰ, ਭੁੱਲੋ ਮੂਲ ਨਾ ਸਾਖੀ। ਭਾਰਤ ਭਾਰ ਉਤਾਰ ਸੀਸ ਦੇ ਮੈਂ ਹੌਲਾ ਕਰ ਦਿੱਤਾ, ਆਪਣਾ ਰੂਪ ਬਣਾਏ ਤੁਸਾਂ ਨੂੰ ਰਾਜ ਭਾਗ ਸਭ ਦਿੱਤਾ। ਭਾਰਤ ਭਾਰ ਉਤਾਰ ਸੀਸ ਦੇ ਮੈਂ ਹੌਲਾ ਕਰ ਦਿੱਤਾ, ਆਪਣਾ ਰੂਪ ਬਣਾਏ ਤੁਸਾਂ ਨੂੰ ਰਾਜ ਭਾਗ ਸਭ ਦਿੱਤਾ। ਆਪਣਾ ਰੂਪ ਬਣਾਏ ਤੁਸਾਂ ਨੂੰ ਰਾਜ ਭਾਗ ਸਭ ਦਿੱਤਾ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਨਕਲੀ ਸਿੱਖ ਅਤੇ ਅਸਲੀ ਸਿੱਖ ਦੇ ਸਵਾਲ ਜਵਾਬ ਵਿੱਚ ਕਿਤਾਬ ਗਿਆਨੀ ਦਿੱਤ ਸਿੰਘ ਜੀ ਨੇ ਲਿਖੀ ਆ। ਉਹ ਨਕਲੀ ਸਿੱਖ ਜਿਹੜਾ ਉਹ ਅੱਗੋਂ ਇਹ ਜਵਾਬ ਕਰਦਾ, ਸਵਾਲ ਕਰਦਾ ਕਿ ਕੀ ਸਿੱਖਾਂ ਨੇ ਇਸ ਸਾਖੀ 'ਤੇ ਅਮਲ ਕੀਤਾ। ਹੁਣ ਉਹਦੇ ਬਾਰੇ ਅੱਗੇ ਦੱਸ ਰਿਹਾ। ਰਾਜਨੀਤ ਉਪਦੇਸ਼ ਦਾ ਫੇਰ ਸੁਣਾਇਆ ਹਾਲ, ਪ੍ਰਜਾ ਪਾਲਣ ਯੋਗ ਜੇ ਸੁਣੀਏ ਨਾਲ ਖਿਆਲ। ਗੁਰੂ ਜੀ ਨੇ ਸਿੰਘਾਂ ਨੂੰ ਇਹ ਵੀ ਉਪਦੇਸ਼ ਕੀਤੇ ਕਿ ਜਦ ਤੁਸੀਂ ਇਸ ਦੇਸ਼ ਦੇ ਰਾਜੇ ਦੇ ਮਹਾਰਾਜੇ ਹੋ ਜਾਵੋਗੇ, ਤਾਂ ਉਸ ਸਮੇਂ ਨਿਆਏ ਅਤੇ ਪੂਜਾ ਪਾਲਣ ਵੱਲ ਖਿਆਲ ਰੱਖਣਾ। ਕਿਤੇ ਰਾਜਮਦ ਨਾਲ ਅੰਧੇ ਹੋ ਕੇ ਸੰਸਾਰਕ ਸੁੱਖਾਂ ਦੇ ਭੋਗਣ ਮਗਰ ਇਸ ਪ੍ਰਕਾਰ ਨਾ ਪੈ ਜਾਣਾ, ਜਿਸ ਪ੍ਰਕਾਰ ਭੁੱਖਾ ਬਗਲਾ ਡੱਡਾ ਮਗਰ ਪੈ ਜਾਂਦਾ ਹੈ। ਜੋ ਰਾਜਾ ਆਪਣੇ ਰਾਜ ਰੂਪੀ ਬਾਗ ਦੀ ਰਾਖੀ ਆਪ ਨਹੀਂ ਕਰਦਾ ਹੈ, ਉਸ ਦੇ ਕੁਮੰਤਰੀ ਰੂਪੀ ਊਠ ਉਸ ਦੀ ਪ੍ਰਜਾ ਰੂਪੀ ਵਾੜੀ ਨੂੰ ਜੜ ਮੂਲ 'ਤੇ ਉਖੇੜ ਦਿੰਦੇ ਹਨ, ਔਰ ਆਪਣੇ ਰਾਜਾਂ ਨੂੰ ਸੰਸਾਰਕ ਸੁੱਖਾਂ ਵਿੱਚ ਪੈ ਦੇਖ ਕੇ ਰਈਅਤ ਨੂੰ ਲੁੱਟਣ ਲਈ ਧਾੜ ਵੀ ਬਣ ਜਾਂਦੇ ਹਨ। ਪ੍ਰਜਾ ਦਾ ਧਨ ਮਾਲ, ਜਰ ਜੋਰੂ ਜ਼ਮੀਨ, ਜੋ ਕੁਛ ਉਹਨਾਂ ਦੇ ਕਾਬੂ ਆਉਂਦਾ ਹੈ ਸੋ ਲੈ ਕੇ ਹਜ਼ਮ ਕਰ ਜਾਂਦੇ ਹਨ। ਉਸ ਰਾਜਾ ਦੀ ਪ੍ਰਜਾ ਦੁਖੀ ਹੋ ਕੇ ਅਕਾਲ ਪੁਰਖ ਅੱਗੇ ਪੁਕਾਰ ਕਰਦੀ ਹੈ। ਦੁਖੀ ਦਿਲਾਂ ਦੀ ਪੁਕਾਰ ਨੂੰ ਸੁਣ ਕੇ ਅਕਾਲ ਪੁਰਖ ਦਾ ਕਰੋਪ ਉਸ ਰਾਜਾ ਪਰ ਭੜਕਦਾ ਹੈ। ਅੰਤ ਇਹ ਹੁੰਦਾ ਹੈ ਕਿ ਅਕਾਲ ਪੁਰਖ ਆਪਣੀ ਖਲਕਤ ਨੂੰ ਉਸ ਦੇ ਹੱਥੋਂ ਛੁਡਾ ਕੇ ਕਿਸੇ ਹੋਰ ਦੇ ਹਵਾਲੇ ਕਰਦਾ ਹੈ। ਉਹ ਕੁਮੰਤਰੀ ਆਪਣੇ ਸਮੇਤ ਹੀ ਆਪਣੇ ਰਾਜੇ ਦਾ ਰਾਜ ਡੁਬੋ ਦਿੰਦੇ ਹਨ। ਇਸੀ ਵਾਸਤੇ ਰਾਮ ਚੰਦਰ ਜੀ ਨੇ ਆਪਣੇ ਭਾਈ ਭਰਤ ਨੂੰ ਕੁਮੰਤਰੀਆਂ ਦੇ ਨਾਸ਼ ਕਰਨ ਦਾ ਉਪਦੇਸ਼ ਕੀਤਾ ਸੀ ਕਿ ਭਾਈ ਤੂੰ ਖੋਟੇ ਅਹਿਲਕਾਰਾਂ ਦੇ ਅਧੀਨ ਨਾ ਹੋ ਜਾਈਂ, ਕਿਉਂਕਿ ਖੋਟੇ ਮੰਤਰੀਆਂ ਅਤੇ ਰਾਜਾ ਦਾ ਨਾਸ਼ ਹੋ ਜਾਂਦਾ ਹੈ। ਖੋਟੇ ਮੰਤਰੀਆਂ ਨਾਲ ਰਾਜਾ ਦਾ ਨਾਸ਼ ਹੋ ਜਾਂਦਾ ਹੈ, ਰਾਜ ਖਤਮ ਹੋ ਜਾਂਦੇ ਹਨ ਜੇ ਮੰਤਰੀ ਖੋਟੇ ਹੋਣ। ਕਵਿਤ
ਇਹ ਆਪਣੀ ਕਲਮ ਨਾਲ ਕਵਿਤਾ ਦੇ ਰੂਪ ਵਿੱਚ ਲਿਖ ਰਿਹਾ ਹਨ। ਜੈਸੇ ਜਤੀ ਸੰਗ ਤੇ ਕੁਮਤੀ ਜਿਉ ਅਨੰਗ ਤੇ, ਜਿਉ ਪਾਪ ਨੀਰ ਗੰਗ ਤੇ, ਧਨ ਬਾੜਿਓ ਜੂ ਪਹਾਰ ਤੇ, ਜਿਉ ਕੁਲ ਕਪੂਤ ਤੇ, ਜਿਉ ਧਾਰ ਸਪੂਤ ਤੇ, ਜੋ ਬਾਮਨ ਕੋ ਪੂਤ ਬੜੇ ਬਿਨਾ ਚੜ ਸਾਰ ਤੇ, देखे बिना खेती जिਵੇਂ सावन में रेती, और बातें कहो खेती जैसे तार लोभ धार ते, जैसे जति संग ते कुमति जियो अनंग ते, ज्यों पाप नीर गंग ते, धान बाढ़ियो जू पहाड़ ते, ज्यों कुल कपूत ते, ज्यों धार सपूत ते, ज्यों बामन को पूत पड़े बिना चट सार ते, देखे बिना खेती जिਵੇਂ सावन में रेती, और बातें कहो खेती जैसे तार लोभ धार ते, सावधान हो जो ताहे देश ते निकार दीजो, बूढ़ जय राज तैसे मंत्री दुराचार ते, नीच सो नी ना प्रीत कीजो, नीच सो ना प्रीत कीजो, कुल सो ना छाड़ दीजो, बीर सुन लोभ जिन कीजो, पर नीर को आन तियां मात सुन बात, घर बाढ़े धन त्यों त्यों नीचे, हूजो आ बड़ैया पर पीर को, बैरन को सूरकूर, बैरन को सूरकूर, मंत्रन निकार दीजो, पीजो न अपैया दुख परे हुजे धीर के, दानपुर हूत सो न दूत बस हुजो, भाई भरत सपूत कहो कीजो रघुबीर को। रामचंद्र ਦੇ ਇਹਨਾਂ ਉਪਦੇਸ਼ਾਂ 'ਤੇ ਤੁਸੀਂ ਜਾਣ ਲੀਤਾ ਹੋਵੇਗਾ ਕਿ ਖੋਟੇ ਮੰਤਰੀਆਂ ਪਰ ਰਾਜ ਕਾਜ ਦਾ ਨਿਰਭਰ ਅਰ ਸ਼ਰਾਬ ਆਦਿਕ ਨਾਲ ਪ੍ਰੀਤੀ ਅਤੇ ਬੇਇਨਸਾਫੀ ਆਦਿ ਗੁਣਾਂ 'ਤੇ ਰਾਜ ਦਾ ਬੇੜਾ ਡਬੋ ਕੇ ਖਾਰੇ ਸਮੁੰਦਰ ਵਿੱਚ ਪੈ ਜਾਂਦਾ ਹੈ। ਜਿਸ ਰਾਜਾ ਦੀ ਪ੍ਰਜਾ ਦੁਖੀ ਹੈ, ਸਮਝ ਲਿਓ ਜੋ ਉਹ ਰਾਜਾ ਅੱਜ ਕੱਲ੍ਹ ਦਾ ਪ੍ਰਾਹੁਣਾ ਹੈ। ਇਸ ਵਾਸਤੇ ਤੁਸੀਂ ਪ੍ਰਜਾ ਦਾ ਪਾਲਣ ਕਰਨਾ ਅਤੇ ਦੁੱਖ ਨਾ ਦੇਣਾ। ਜਿਸ ਬਾਰੇ ਕਥਨ ਹੈ, ਖਲਕ ਖਾਲਕ ਹੀ ਜਾਣ ਕੇ ਖਲਕ ਦੁਖਾਵੇ ਨਾਹਨ, ਖਲਕ ਦੁਖੇ ਨੰਦ ਲਾਲ ਜੀ, ਖਾਲਕ ਕੋਪੇ ਤਾਹਨ। ਭਾਈ ਨੰਦ ਲਾਲ ਜੀ ਦਾ ਦੋਹਰਾ ਇੱਥੇ ਗਿਆਨੀ ਦਿੱਤ ਸਿੰਘ ਜੀ ਸਾਨੂੰ ਆਪਣੀ ਕਿਤਾਬ ਵਿੱਚ ਲਿਖ ਕੇ ਉਪਦੇਸ਼ ਦੇ ਰਹੇ ਹਨ। ਖਲਕ ਖਾਲਕ ਕੀ ਜਾਣ ਕੇ ਖਲਕ ਦੁਖਾਵੈ ਨਾਹਨ, ਖਲਕ ਦੁਖੇ ਨੰਦ ਲਾਲ ਜੀ, ਖਾਲਕ ਕੋਪੈ ਤਾਹਨ। ਇਸ ਉਪਦੇਸ਼ ਦੇ ਸਾਫ਼ ਪਾਇਆ ਜਾਂਦਾ ਹੈ ਕਿ ਖਾਲਸਾ ਨੂੰ ਗੁਰੂ ਜੀ ਨੇ ਇਹ ਕਥਨ ਕੀਤਾ ਕਿ ਧਨ ਬਲ ਅਤੇ ਰਾਜ ਕਾਦਕ ਨੂੰ ਪਾ ਕੇ ਵੀ ਨਿਰਹੰਕਾਰ ਰਹਿਣਾ ਯੋਗ ਹੈ, ਕਿਉਂਕਿ ਸਭ ਧਨ ਮਾਲ ਅਤੇ ਰਾਜ ਭਾਗ ਸੰਸਾਰ ਵਿੱਚ ਸਦਾ ਨਹੀਂ ਰਹਿੰਦੇ, ਕਿੰਤੂ ਬੱਦਲ ਦੀ ਛਾਇਆ ਵਾਂਗੂ ਚਲਾਏ ਵਾਹਨ ਹਨ। ਇਸ ਸਾਰੀ ਸਮੱਗਰੀ ਨੂੰ ਪਾ ਕੇ ਕਿਤੇ ਅਸਮਰਥਾ ਦੇ ਵਾਸਤੇ ਦੁੱਖ ਨਾ ਦੇਣਾ, ਸਗੋਂ ਹਰ ਇੱਕ ਪੁਰਖ ਦਾ ਨੀਤੀ ਪੂਰਵਕ ਭਲਾ ਕਰਨਾ। ਫਿਰ ਅੰਤ ਦੀ ਕਾਰਵਾਈ ਅਬਚਲ ਨਗਰ ਵਿੱਚ ਕਰਕੇ ਦਿਖਾ ਦਿੱਤੀ। ਜੋ ਸਭ ਸ਼ਸਤਰਾਂ ਸਣੇ ਚਿਤਾ ਪਰ ਜਾ ਬਰਾਜੇ, ਨਾ ਕੋਈ ਪਿੰਡ ਪਤਲ ਦੀਵਾ ਅਤੇ ਸਥਰ ਹੀ ਕੀਤਾ, ਨਾ ਕਰਨ ਦਾ ਹੁਕਮ ਦਿੱਤਾ, ਨਾ ਅਸਤ ਚੁਗਣੇ ਅਤੇ ਸ਼ਰਾਧ ਆਦਿਕ ਦੀ ਮਰਿਆਦਾ ਦੱਸੀ, ਪਰੰਤੂ ਇਤਨਾ ਉਪਦੇਸ਼ ਕੀਤਾ ਕਿ ਆਗਿਆ ਭਈ ਅਕਾਲ ਕੀ, ਤਭੀ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਗਿਆਨੀ ਦਿੱਤ ਸਿੰਘ ਜੀ 1893 ਈਸਵੀ ਦੇ ਵਿੱਚ ਇਸ ਕਿਤਾਬ ਵਿੱਚ ਇਹ ਦਰਜ ਕਰ ਰਹੇ ਹਨ ਗੁਰੂ ਦਸਮ ਪਾਤਸ਼ਾਹ ਦੇ ਉਪਦੇਸ਼, ਕਿ ਉਹਨਾਂ ਨੇ ਕਿਸ ਤਰ੍ਹਾਂ ਹਜ਼ੂਰ ਸਾਹਿਬ ਵਿੱਚ ਜਾ ਕੇ ਫਿਰ ਅੰਤ ਦੀ ਕਾਰਵਾਈ ਅਬਚਲ ਨਗਰ ਵਿੱਚ ਕਰਕੇ ਦਿਖਾ ਦਿੱਤੀ, ਹਜ਼ੂਰ ਸਾਹਿਬ ਵਿੱਚ ਕਰਕੇ ਦਿਖਾਈ। ਜੋ ਸਭ ਸ਼ਸਤਰਾਂ ਸਣੇ ਚਿਤਾ ਪਰ ਜਾ ਬਰਾਜੇ, ਆਪ ਹੀ ਜਾ ਕੇ ਚਿਤਾ ਦੇ ਉੱਤੇ ਬਿਰਾਜ ਗਏ, ਬੈਠ ਗਏ, ਨਾ ਕੋਈ ਪਿੰਡ ਪੱਤਲ ਦੀਵਾ ਅਤੇ ਸਥਰ ਹੀ ਕੀਤਾ, ਨਾ ਕਰਨ ਦਾ ਹੁਕਮ ਦਿੱਤਾ, ਨਾ ਅਸਤ ਚੁਗਣੇ ਅਤੇ ਸ਼ਰਾਧ ਆਦਿਕ ਦੀ ਮਰਿਆਦਾ ਦੱਸੀ, ਪਰੰਤੂ ਇਤਨਾ ਉਪਦੇਸ਼ ਕੀਤਾ। ਇਹ ਵੀ ਗੁਰੂ ਪਾਤਸ਼ਾਹ ਨੇ ਗਿਆਨੀ ਦਿੱਤ ਸਿੰਘ ਜੀ ਕਹਿ ਰਹੇ ਕਿ ਅਬਚਲ ਨਗਰ ਵਿੱਚ ਉਹਨਾਂ ਨੇ ਆਗਿਆ ਭਈ ਅਕਾਲ ਕੀ,
तभी चलायो पंथ, सब सिखन को हुक्म है, गुरु मान्यो ग्रंथ। सब सिखन को हुक्म है, गुरु मान्यो ग्रंथ। ये उपदेश उन्होंने हजूर साहब कीते। जो कई विद्वान ਜਿਹੜੇ ਅੱਜ ਕੱਲ੍ਹ ਦੇ ਉਹ ਕਹਿੰਦੇ ਕਿ ਭਾਈ ਵੀਰ ਸਿੰਘ ਨੇ ਇਸ ਨੂੰ ਚੇਂਜ ਕੀਤਾ, ਪਰ ਇੱਥੇ ਗਿਆਨੀ ਦਿੱਤ ਸਿੰਘ ਜੀ ਆਪਣੀ ਜੋ ਕਿਤਾਬ ਲਿਖ ਰਹੇ 1893 ਈਸਵੀ ਵਿੱਚ, ਉਹਨਾਂ ਨੇ ਆਪਣੀ ਕਿਤਾਬ ਵਿੱਚ ਦਰਜ ਕੀਤਾ ਕਿ ਅਬਚਲ ਨਗਰ ਵਿੱਚ ਹਜੂਰ ਸਾਹਿਬ ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸ਼ਸਤਰਾਂ ਸਮੇਤ ਜਾ ਕੇ ਚਿਤਾ ਦੇ ਵਿੱਚ ਬੈਠ ਗਏ ਸਨ ਅਤੇ ਉਹ ਸਿੱਖਾਂ ਨੂੰ ਨਾ ਕੋਈ ਪਿੰਡ ਪੱਤਲ ਦੀਵਾ ਅਤੇ ਸੱਥਰ ਹੀ ਕਰਨ ਦਾ ਹੁਕਮ ਕੀਤਾ ਕਿ ਕੁਛ ਨਹੀਂ ਕਰਨਾ, ਨਾ ਅਸਤ ਚੁਗਣੇ ਨਾ ਸ਼ਰਾਧ ਕਰਨੇ ਹਨ। ਅਤੇ ਇਹ ਜਿਹੜੀ ਮਰਿਆਦਾ ਦੱਸੀ ਅਤੇ ਨਾਲ ਇਹਨਾਂ ਉਪਦੇਸ਼ ਕੀਤਾ ਕਿ ਅੱਜ ਤੋਂ ਆਗਿਆ ਭਈ ਅਕਾਲ ਕੀ, ਤਵੀ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਜੋ ਹੁਕਮ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਉਪਦੇਸ਼ ਦਿੱਤਾ ਹਜੂਰ ਸਾਹਿਬ ਵਿੱਚ ਵਿਖੇ, ਇਹ ਗਿਆਨੀ ਦਿੱਤ ਸਿੰਘ ਜੀ ਆਪਣੀ ਕਿਤਾਬ ਦੇ ਵਿੱਚ ਲਿਖ ਰਹੇ ਹਨ। ਇਹ ਭਾਗ ਦੂਸਰਾ ਅੱਜ ਇਹ ਜਿਹੜੀ ਆਡੀਓ ਤਿਆਰ ਕੀਤੀ ਆ। ਇਸ ਤੋਂ ਅਗਲਾ ਭਾਗ ਤੀਸਰਾ, ਜਿਹਦੇ ਵਿੱਚ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਕੀਤੇ ਹੋਏ ਉਪਕਾਰ, ਇਸ ਖਾਲਸਾ ਪੰਥ ਨੂੰ ਸਾਜ ਕੇ ਤਿਆਰ ਬਰ ਤਿਆਰ ਰਹਿਣ ਲਈ ਜੋ ਉਪਰਾਲੇ ਕੀਤੇ ਔਰ ਉਪਦੇਸ਼ ਕੀਤੇ, ਉਹਨਾਂ ਦੇ ਬਾਰੇ ਜੋ ਗਿਆਨੀ ਦਿੱਤ ਸਿੰਘ ਜੀ ਦੇ ਵਿਚਾਰ ਸਨ ਉਹ ਸੰਗਤਾਂ ਨੂੰ ਸੁਣਾਏ ਹਨ। ਪਰ ਗਿਆਨੀ ਦਿੱਤ ਸਿੰਘ ਜੀ ਖਾਲਸਾ ਕੌਮ ਨੂੰ, ਖਾਲਸਾ ਪੰਥ ਨੂੰ ਪੁੱਛਣਾ ਚਾਹੁੰਦੇ ਹਨ ਕਿ ਸਾਡਾ ਖਾਲਸਾ ਪੰਥ ਔਰ ਇਹ ਸਿੱਖ ਕੌਮ ਉਹਨਾਂ ਉਪਦੇਸ਼ਾਂ ਦੇ ਉੱਤੇ ਕਿੰਨਾ ਕੁ ਪਹਿਰਾ ਦੇ ਰਹੀ ਆ, ਕਿੰਨਾ ਕੁ ਉਪਦੇਸ਼ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਰਹੀ ਆ, ਔਰ ਕਿਸ ਤਰ੍ਹਾਂ ਜੇ ਰਾਜ ਭਾਗ ਮਿਲੇ ਆ ਅਤੇ ਰਲ ਮਿਲ ਬੈਠ ਕੇ ਜੋ ਉਪਦੇਸ਼ ਉਹਨਾਂ ਨੇ ਕੀਤਾ ਸੀ, ਅਸੀਂ ਉਹਨਾਂ 'ਤੇ ਨਾ ਪੂਰੇ ਉੱਪਰ ਉਤਰਦੇ ਹੋਏ ਜੋ ਅੱਜ ਸਾਡੇ ਨਾਲ ਜ਼ੁਲਮ ਹੋ ਰਹੇ ਹਨ, ਇਹ ਅਸੀਂ ਸਹਾਰ ਰਹੇ ਹਾਂ। ਇਹਨਾਂ ਦੇ ਜ਼ਿੰਮੇਵਾਰ ਖੁਦ ਅਸੀਂ ਆਪ ਹਾਂ, ਔਰ ਸਾਡੇ ਇਹ ਪ੍ਰਚਾਰਕ ਹਨ ਜਿਨ੍ਹਾਂ ਨੇ ਇਹ ਵੰਡੀਆਂ ਪਾ ਕੇ, ਗਰੁੱਪ ਬਣਾ ਕੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਇਹ ਜੋ ਅੱਜ ਕੱਲ੍ਹ ਦੇ ਹਾਲਾਤ, ਉਹਨਾਂ ਦੇ ਬਾਰੇ ਸੰਗਤ ਦੇ ਵਿੱਚ ਇਹ ਗਿਆਨੀ ਦਿੱਤ ਸਿੰਘ ਜੋਣਾ ਜੀ ਦੀ ਲਿਖੀ ਕਲਮ ਤੋਂ ਮੁੱਖ ਲੈ ਕੇ ਹਾਜ਼ਰ ਹੋਇਆ। ਜੋ ਸਾਡੇ ਨਾਲ ਇਹ ਭਾਣਾ ਵਾਪਰਿਆ, ਇਹਦੇ ਵਿੱਚ ਜ਼ਿੰਮੇਵਾਰ ਸਾਡੀ ਕੌਮ ਦੇ ਜੋ ਲੀਡਰ ਬਣ ਕੇ ਬੈਠੇ ਆ ਉਹ, ਅਤੇ ਜੋ ਪ੍ਰਚਾਰਕ ਆ, ਵਿਦਵਾਨ ਆ, ਉਹਨਾਂ ਦਾ ਬਹੁਤ ਜ਼ਿਆਦਾ ਰੋਲ ਆ ਸਿੱਖ ਕੌਮ ਨੂੰ ਖੇਰੂ ਖੇਰੂ ਕਰਨ ਦਾ। ਇਹਦੇ 'ਚ ਜੇ ਅਸੀਂ ਅਜੇ ਵੀ ਨਾ ਸੰਭਲੇ ਤਾਂ ਫਿਰ ਆਪਾਂ ਕਿਸੇ ਹੋਰ ਨੂੰ ਦੋਸ਼ ਨਹੀਂ ਦੇ ਸਕਦੇ। ਦੋਸ਼ ਸਾਡਾ ਆਪਣਾ, ਜਿਹੜੇ ਅਸੀਂ ਅਲੱਗ ਅਲੱਗ ਆਪਣੀ ਡਫਲੀ ਵਜਾ ਕੇ ਅਲੱਗ ਅਲੱਗ ਸੰਸਥਾਵਾਂ ਬਣਾ ਕੇ ਅਲੱਗ ਅਲੱਗ ਪ੍ਰਚਾਰ ਕਰਕੇ ਆਪਣੇ ਹੀ ਗੁਰੂਆਂ ਦੀ ਦਿੱਤੀ ਹੋਈ ਬਾਣੀ ਨੂੰ ਨਾ ਮੰਨਦੇ ਹੋਏ ਅਸੀਂ ਕਿੱਥੇ ਖੜ੍ਹੇ ਹਾਂ, ਇਹਦੇ ਬਾਰੇ ਸੋਚਣਾ ਸੰਗਤ ਨੂੰ ਪਏਗਾ ਕਿ ਇਹਨਾਂ ਪ੍ਰਚਾਰਕਾਂ ਦੇ ਮਗਰ ਲੱਗਣਾ ਜਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦਿੱਤੇ ਉਪਦੇਸ਼ 'ਤੇ ਚੱਲ ਕੇ ਆਪਣੇ ਜੀਵਨ ਨੂੰ ਗੁਰੂ ਦੇ ਲੇਖੇ ਲਾਉਣਾ। ਹੋਈਆਂ ਭੁੱਲਾਂ ਦੀ ਖਿਮਾ ਭਾਗ ਤੀਸਰਾ ਲੈ ਕੇ ਜਲਦੀ ਹਾਜ਼ਰ ਹੋਊਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।